ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ 6ਵੇਂ ਅਧਿਆਏ ਨੈਟਵਰਕਿੰਗ ਕਨਸੈਪਟ ਜਾਂ ਨੈਟਵਰਕਿੰਗ ਸੰਕਲਪ ਦੀ ਸ਼ੁਰੂਆਤ ਕਰਾਂਗੇ। ਨੈਟਵਰਕ ਜਿਵੇਂ ਕਿ ਆਪਾਂ ਪਿਛਲੀਆਂ ਕਲਾਸਿਸ ਦੇ ਵਿੱਚ ਪੜ੍ਹਿਆ ਹੈ, ਜਦੋਂ ਦੋ ਕੰਪਿਊਟਰ ਆਪਸ ਵਿੱਚ ਜੋੜੇ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਜੋ ਸੰਚਾਰ ਹੁੰਦਾ ਹੈ ਥਰੂ ਨੈਟਵਰਕ ਹੁੰਦਾ ਹੈ। ਮਤਲਬ ਦੋ ਕੰਪਿਊਟਰਸ ਜੁੜੇ ਹੋਣ ਨੂੰ ਉਹਨਾਂ ਨੂੰ ਨੈਟਵਰਕ ਕਹਿੰਦੇ ਹਨ। ਨੈਟਵਰਕਿੰਗ ਦੇ ਸੰਕਲਪ ਜਾਂ ਕਨਸੈਪਟਸ ਕਿਉਂ ਜ਼ਰੂਰੀ ਹਨ? ਜਿਵੇਂ ਕਿ ਆਪਾਂ ਆਪਣੀ ਭਾਸ਼ਾ 'ਚ ਬੋਲਦੇ ਹੋਏ ਵੀ ਕੁਝ ਅਸੂਲਾਂ ਨੂੰ ਫੋਲੋ ਕਰਦੇ ਹਾਂ, ਉਵੇਂ ਹੀ ਜਦੋਂ ਦੋ ਕੰਪਿਊਟਰ ਦੇ ਵਿਚਾਲੇ ਡਾਟਾ ਸ਼ੇਅਰ ਹੁੰਦਾ ਹੈ, ਸੰਚਾਰ ਹੁੰਦਾ ਹੈ, ਤਾਂ ਉਹਨਾਂ ਨੂੰ ਵੀ ਕੁਝ ਕਨਸੈਪਟ ਫੋਲੋ ਕਰਨੇ ਪੈਂਦੇ ਹਨ। ਇਸ ਨੂੰ ਹੀ ਨੈਟਵਰਕਿੰਗ ਸੰਕਲਪ ਕਿਹਾ ਜਾਂਦਾ ਹੈ। ਨੈਟਵਰਕ ਖੁਦ ਮੁਖਤਿਆਰ ਕੰਪਿਊਟਰ ਦਾ ਅੰਤਰ ਸੰਬੰਧਿਤ ਇਕੱਠ ਹੋਣਾ ਹੈ, ਮਤਲਬ ਆਪਸ ਵਿੱਚ ਜੁੜੇ ਹੋਣਾ, ਉਹਨਾਂ ਦੇ ਵਿੱਚ ਇਨਫੋਰਮੇਸ਼ਨ ਆਦਾਨ ਜਾਂ ਪ੍ਰਦਾਨ ਕਰਨਾ, ਇੰਨੇ ਕਾਬਿਲ ਹੋਣਾ ਕਿ ਇੱਕ ਕੰਪਿਊਟਰ ਦੀ ਇਨਫੋਰਮੇਸ਼ਨ ਦੂਜੇ ਕੰਪਿਊਟਰ ਨੂੰ ਸੈਂਡ ਕੀਤੀ ਜਾ ਸਕੇ ਤੇ ਉਹ ਰਿਸੀਵ ਵੀ ਕਰ ਸਕੇ। ਨੈਟਵਰਕਿੰਗ ਦੀ ਜ਼ਰੂਰਤ ਕਿਉਂ ਪੈਂਦੀ ਹੈ? ਕੰਪਿਊਟਰ ਫਾਈਲਾਂ ਦੀ ਸ਼ੇਅਰਿੰਗ ਲਈ। ਤੁਸੀਂ ਆਫਿਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਾਂ ਈਵਨ ਘਰੇ ਵੀ, ਤੁਸੀਂ ਘਰੇ ਕੋਈ ਫਾਈਲ ਬਣਾਈ ਹੋਈ ਆ, ਕੋਈ ਰਿਪੋਰਟ ਬਣਾ ਰਹੇ ਹੋ, ਤੁਸੀਂ ਉਹ ਸੈਂਡ ਕਰਨੀ ਹੈ, ਉਹਨੂੰ ਲੈ ਕੇ ਕਿਵੇਂ ਜਾਓਗੇ, ਭੇਜੋਗੇ ਕਿਵੇਂ? ਜੇ ਆਪਸ ਦੇ ਵਿੱਚ ਕੰਪਿਊਟਰ ਜੁੜੇ ਹੋਏ ਹਨ ਤਾਂ ਤੁਸੀਂ ਸਟ੍ਰੇਟ ਵੇ ਨਾਲ ਦੀ ਨਾਲ ਹੀ ਉਸ ਨੂੰ ਦੂਜੇ ਕੰਪਿਊਟਰ ਦੇ ਵਿੱਚ ਸੈਂਡ ਕਰ ਸਕਦੇ ਹੋ। ਇਸ ਨੂੰ ਵੀ ਤੁਸੀਂ ਥਰੂ ਡਿਫਰੈਂਟ ਮੀਡੀਅਮ, ਲੋਕਲ ਨੈਟਵਰਕ ਹੋ ਜਾਂਦਾ ਹੈ ਤਾਂ ਸਿੱਧੀ ਫਾਈਲ ਟ੍ਰਾਂਸਫਰ ਹੋ ਜਾਵੇਗੀ। ਜੇ ਥਰੂ ISP ਜੁੜਿਆ ਹੋਇਆ ਹੈ ਤਾਂ ਉਹ ਥਰੂ ISP ਹੋ ਕੇ ਜਾਵੇਗਾ। ਕੰਪਿਊਟਰ ਸੀਮਾ ਦੀ ਵੰਡ। ਕੁਝ ਕੰਪਿਊਟਰ ਡਿਵਾਈਸਿਸ ਬਹੁਤ ਹੀ ਮਹਿੰਗੇ ਹੁੰਦੇ ਹਨ, ਮਿਸਾਲ ਲਈ ਕਲਰ ਜਾਂ ਲੇਜ਼ਰ ਪ੍ਰਿੰਟਰ। ਨੈਟਵਰਕਿੰਗ ਰਾਹੀਂ ਅਸੀਂ ਇਹਨਾਂ ਯੰਤਰਾਂ ਨੂੰ ਵੰਡ ਸਕਦੇ ਹਾਂ। ਤੁਸੀਂ ਦੇਖਿਆ ਹੋਵੇਗਾ ਸਕੂਲ ਜਾਂ ਆਫਿਸ ਦੇ ਵਿੱਚ ਜਾਂ ਵੱਡੇ ਵੱਡੇ ਆਫਿਸਿਸ ਹੁੰਦੇ ਨੇ, ਉਹਨਾਂ ਦੇ ਇੱਕ ਹੀ ਕਾਰਨਰ ਤੇ ਪ੍ਰਿੰਟਰ ਪਿਆ ਹੁੰਦਾ ਤੇ ਸਾਰੇ ਪ੍ਰਿੰਟ ਉੱਥੋਂ ਹੀ ਨਿਕਲਦੇ ਹਨ ਬੈਂਕਸ ਦੇ ਵਿੱਚ, ਕਿਉਂਕਿ ਹਰ ਇੱਕ PC ਤੇ ਕੰਪਿਊਟਰ ਪ੍ਰਿੰਟਰ ਲਾਉਣਾ ਬਹੁਤ ਹੀ ਖਰਚੇਯੋਗ ਹੋ ਜਾਂਦਾ ਹੈ, ਮਹਿੰਗਾ ਕੰਮ ਹੋ ਜਾਂਦਾ ਹੈ। ਇਸ ਲਈ ਤੁਸੀਂ ਉਸ ਡਿਵਾਈਸ ਨੂੰ ਕਿਸੇ ਇੱਕ ਕੰਪਿਊਟਰ ਨਾਲ ਕਨੈਕਟ ਕਰ ਦਿਓ ਜੋ ਸਾਰੇ PCs ਨਾਲ ਕਨੈਕਟਡ ਹੈ, ਕੰਪਿਊਟਰ ਨਾਲ ਕਨੈਕਟਡ ਹੈ, ਤਾਂ ਤੁਸੀਂ ਆਪਦੀ ਪ੍ਰਿੰਟਿੰਗ, ਆਪਦੇ ਰਿਪੋਰਟਸ ਉਸ ਨੂੰ ਯੂਜ਼ ਕਰ ਸਕਦੇ ਹੋ। ਵੱਖ-ਵੱਖ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਸੰਚਾਰ ਕਰਨਾ, ਕਾਬਿਲ ਬਣਾਉਣਾ। ਨੈਟਵਰਕ ਰਾਹੀਂ ਵੱਖ-ਵੱਖ ਕੰਪਿਊਟਰ ਇੱਕ ਦੂਜੇ ਨਾਲ ਸੰਚਾਰ ਕਰ ਸਕਦੇ ਹਨ। ਮਿਸਾਲ ਲਈ ਆਪਰੇਟਿੰਗ ਸਿਸਟਮ, ਵਿੰਡੋਜ਼ ਆਪਰੇਟਿੰਗ ਸਿਸਟਮ ਜਾਂ ਲਿਨਕਸ, ਇਹਨਾਂ ਦੇ ਵਿੱਚ ਸ਼ਮਤਾ ਹੁੰਦੀ ਹੈ, ਕੋਡਿੰਗ ਹੁੰਦੀ ਹੈ ਤਾਂ ਕਿ ਇਹ ਸੰਚਾਰ ਮਾਧਿਅਮ ਬਣ ਸਕਣ। ਸੰਚਾਰ ਗਤੀ ਅਤੇ ਸ਼ੁੱਧਤਾ ਵਿੱਚ ਸੁਧਾਰ। ਜਦੋਂ ਤੁਸੀਂ ਦੇਖਿਆ ਹੋਵੇਗਾ ਫੋਨ ਤੇ ਗੱਲ ਕਰ ਰਹੇ ਹੋ ਤਾਂ ਸਿਗਨਲ ਕਈ ਵਾਰੀ ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਆਵਾਜ਼ ਟੁੱਟ ਕੇ ਆਉਂਦੀ ਹੈ। ਇਹ ਵੀ ਇੱਕ ਸੰਚਾਰ ਦੀ ਕਮੀ ਹੁੰਦੀ ਹੈ। ਜਿਹੜਾ ਮੀਡੀਅਮ ਯੂਜ਼ ਹੋ ਰਿਹਾ ਹੈ ਉਹ ਕਿੰਨਾ ਡਾਟਾ ਸੈਂਡ ਕਰ ਰਿਹਾ ਹੈ ਤੇ ਕਿੰਨਾ ਰਿਸੀਵ ਹੋ ਰਿਹਾ ਹੈ। ਡਾਟਾ ਦੇ ਇੱਕ ਛੋਟੇ ਪੈਕੇਟਸ ਬਣਦੇ ਹਨ, ਬੈਚ ਬਣਦੇ ਹਨ, ਜੋ ਕਿ ਹੌਲੀ ਸੈਂਡ ਹੁੰਦੇ ਰਹਿੰਦੇ ਹਨ। ਜੇ ਰਾਹ ਦੇ ਵਿੱਚ ਡਿਵਾਈਸ ਵਾਇਰ ਜਾਂ ਵਾਇਰਲੈਸ ਨੈਟਵਰਕ ਜਾਂ ਇਹੋ ਜਿਹੀ ਕੋਈ ਕੁੜਤੀ ਆ ਜਾਵੇ ਜਿਸ ਦੇ ਵਿੱਚ ਉਹ ਪੈਕੇਟ ਲਾਸ ਹੋ ਗਿਆ, ਤਾਰ ਟੁੱਟ ਗਈ, ਡਾਟਾ ਲਾਸ ਹੋ ਗਿਆ, ਤਾਂ ਉਹ ਪੈਕੇਟ ਪੂਰੇ ਦਾ ਪੂਰਾ ਤੁਹਾਨੂੰ ਰਿਸੀਵ ਨਹੀਂ ਹੋਵੇਗਾ। ਇਸੇ ਕਰਕੇ ਉਹ ਇਨਫੋਰਮੇਸ਼ਨ ਮਿਸ ਹੋ ਜਾਂਦੀ ਹੈ। ਇਸ ਦੇ ਡਾਟਾ ਨੂੰ ਸ਼ੁੱਧਤਾ ਦੇ ਲਈ ਵੀ ਤੁਸੀਂ ਕੰਪਿਊਟਰ ਯੂਜ਼ ਕਰਦੇ ਹੋ। ਡਾਟਾ ਬਦਲੀ ਦੀ ਲਾਗਤ। ਸ਼ੁੱਧਤਾ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਤੁਹਾਡਾ ਭੇਜਿਆ ਹੋਇਆ ਡਾਟਾ, ਜੋ ਫਾਈਲ ਭੇਜੀ ਹੈ, ਉਹ ਸੇਮ ਰਹਿੰਦੀ ਹੈ ਸਾਰਿਆਂ ਕੋਲੇ। ਇਹ ਨਹੀਂ ਕਿ ਇੱਕ ਪਰਸਨ ਫਾਈਲ ਤੇ ਕੰਮ ਕਰ ਰਿਹਾ ਹੈ, ਸੈਕਿੰਡ ਉਸੇ ਫਾਈਲ ਨੂੰ ਐਡਿਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਜਦੋਂ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ
4-5 ਯੂਜ਼ਰ ਜਾਂ ਉਦੋਂ ਵੀ ਜ਼ਿਆਦਾ ਯੂਜ਼ਰ ਉਹ ਸੇਮ ਫਾਈਲ ਤੇ ਕੰਮ ਕਰ ਸਕਦੇ ਹਨ, ਤਾਂ ਇਸ ਨਾਲ ਡਾਟਾ ਦੀ ਸ਼ੁੱਧਤਾ ਬਣੀ ਰਹਿੰਦੀ ਹੈ। ਡਾਟਾ ਬਦਲੀ ਦੀ ਲਾਗਤ ਵਿੱਚ ਕਟੌਤੀ। ਸੇਮ ਤੁਸੀਂ ਡਾਟਾ ਬਦਲੀ ਕਰਨਾ ਪੈਨ ਡਰਾਈਵ ਦੇ ਵਿੱਚ CD ਦੇ ਵਿੱਚ ਪਾ ਕੇ ਲੈ ਕੇ ਜਾਓਗੇ, ਜੇ ਉਹ ਪਹਿਲਾਂ ਹੀ ਕਨੈਕਟਡ ਹੈ ਤਾਂ ਤੁਸੀਂ ਨਾਲ ਦੀ ਨਾਲ ਹੀ ਉਸ ਨੂੰ ਸੈਂਡ ਕਰ ਸਕਦੇ ਹੋ। ਅੱਜ ਕੱਲ੍ਹ ਤੁਸੀਂ ਫੋਨ ਦੇ ਵਿੱਚ ਨਾਲ ਦੀ ਨਾਲ ਹੀ ਆਪਦੀ ਖਿੱਚੀ ਹੋਈ ਪਿਕਚਰ, ਬਣਾਈ ਹੋਈ ਵੀਡੀਓ ਨਾਲ ਦੀ ਨਾਲ ਤੁਸੀਂ ਸੈਂਡ ਕਰ ਦਿੰਦੇ ਹੋ ਥਰੂ ਨੈਟਵਰਕ। ਉਸ ਨਾਲ ਬਹੁਤ ਸਾਰੀ ਲਾਗਤ ਘਟਦੀ ਹੈ ਤੇ ਡਿਸਟੈਂਸ ਜੋ ਕਿ ਪਹਿਲਾਂ ਦੁਨੀਆ ਦੇ ਦੂਸਰੇ ਪਾਸੇ ਇਨਫੋਰਮੇਸ਼ਨ ਸੈਂਡ ਕਰਨ ਦੇ ਵਿੱਚ ਕਈ ਦਿਨ ਲੱਗ ਜਾਂਦੇ ਹੁੰਦੇ ਸੀ, ਜਾਂ ਤੁਸੀਂ ਉਹਨੂੰ ਕਿਸੇ ਖਾਸ ਚੀਜ਼ ਦੇ ਵਿੱਚ ਬਣਾ ਕੇ ਸੈਂਡ ਕਰਦੇ ਹੁੰਦੇ ਸੀ, ਉਹ ਖਤਮ ਹੋ ਚੁੱਕੀ ਹੈ। ਨੈਟਵਰਕਿੰਗ ਟਰਮੀਨੋਲੋਜੀ ਮਤਲਬ ਕੀ ਟਰਮਸ ਹੁੰਦੀਆਂ ਨੇ। ਪਹਿਲਾ ਨੋਡਸ, ਵਰਕ ਸਟੇਸ਼ਨ। ਵੱਖ-ਵੱਖ ਟਰਮੀਨਲ ਨੈਟਵਰਕ ਦੇ ਨਾਲ ਜੁੜੇ ਹੋਏ ਹੁੰਦੇ ਹਨ। ਕੰਪਿਊਟਰ ਜਿੱਥੇ ਕਿਤੇ ਕੰਪਿਊਟਰ ਦੇ ਵਾਇਰ ਦੇ ਨੈਟਵਰਕਿੰਗ ਦੇ ਵਿੱਚ ਜੁੜਿਆ ਹੁੰਦਾ ਹੈ ਉਹਨੂੰ ਇੱਕ ਨੋਡ ਕਿਹਾ ਜਾਂਦਾ ਹੈ। ਜਦੋਂ ਅਸੀਂ ਇੱਕ ਕੰਪਿਊਟਰ ਨੂੰ ਨੈਟਵਰਕ ਦੇ ਨਾਲ ਜੋੜਦੇ ਹਾਂ ਤਾਂ ਇਹ ਨੈਟਵਰਕ ਦਾ ਵਰਕ ਸਟੇਸ਼ਨ ਬਣ ਜਾਂਦਾ ਹੈ। ਮਤਲਬ ਜੇ 5-6 ਕੰਪਿਊਟਰ ਆਪਸ ਜੁੜੇ ਹੁੰਦੇ ਹਨ ਤਾਂ ਉਹ ਇੱਕ ਵਰਕ ਸਟੇਸ਼ਨ ਨੇ, ਤੇ ਉਹ ਜਿੰਨੇ ਕੰਪਿਊਟਰ ਜੁੜੇ ਹੁੰਦੇ ਹਨ ਉਹ ਨੋਡਸ ਨੇ ਉਹਦੇ। ਸਰਵਰ, ਅਸੀਂ ਇੱਕ ਵਿਸ਼ੇਸ਼ ਨੋਡ, ਮੰਨ ਲਵੋ ਇੱਕ 6 ਕੰਪਿਊਟਰ ਨੇ, 6 ਅਲੱਗ-ਅਲੱਗ ਨੋਡਸ ਬਣੀਆਂ ਹੋਈਆਂ ਨੇ ਵਰਕ ਸਟੇਸ਼ਨ ਦੇ ਵਿੱਚ, ਤਾਂ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਨੂੰ ਇੱਕ ਮੇਨ ਕੰਪਿਊਟਰ ਬਣਾ ਦਿਓਗੇ, ਉਹਨੂੰ ਸਰਵਰ ਕਿਹਾ ਜਾਂਦਾ ਹੈ, ਜੋ ਕਿ ਨਿਸ਼ਚਿਤ ਕਰਦਾ ਹੈ ਕਿ ਬਾਕੀ ਕੰਪਿਊਟਰਸ ਦੇ ਵਿੱਚ ਡਾਟਾ ਕਿਵੇਂ ਸ਼ੇਅਰ ਹੋਵੇ ਤੇ ਕਿਵੇਂ ਯੂਜ਼ਰ ਉਹਨੂੰ ਯੂਜ਼ ਕਰ ਸਕਦਾ ਹੈ। ਨੈਟਵਰਕ ਇੰਟਰਫੇਸ ਯੂਨਿਟ ਮਤਲਬ ਇੰਟਰਪ੍ਰੇਟਰ, ਮਤਲਬ ਜਿਹੜਾ ਤੁਹਾਡੇ ਨੈਟਵਰਕ ਦੇ ਵਿੱਚ ਇੰਟਰਫੇਸ ਬਣਦਾ, ਜ਼ਰੀਆ ਬਣਦਾ। ਪਹਿਲਾਂ ਤਾਂ ਇੰਟਰਪ੍ਰੇਟਰ ਤੁਹਾਡਾ ਭੇਜਿਆ ਹੋਇਆ ਡਾਟਾ ਡਿਜੀਟਲ ਹੁੰਦਾ ਹੈ 0 and 1 ਦੀ ਫਾਰਮ ਦੇ ਵਿੱਚ, ਉਸ ਨੂੰ ਅੱਗੇ ਐਨਾਲੌਗ ਦੇ ਵਿੱਚ ਕਿਵੇਂ ਟ੍ਰਾਂਸਫਰ ਕਰਨਾ ਹੈ। ਜੇ ਤੁਹਾਡੇ ਕੋਲੇ ਤਾਂਬੇ ਦੀ ਕਾਪਰ ਵਾਇਰਸ ਹੈ, ਕੇਬਲ ਵਾਇਰਸ ਹੁੰਦੀਆਂ, ਉਹਨਾਂ ਦੇ ਵਿੱਚ ਡਾਟਾ ਡਿਜੀਟਲ ਹੋ ਕੇ ਇਲੈਕਟ੍ਰੋਨਸ ਦੇ ਵਿੱਚ ਕਨਵਰਟ ਹੁੰਦਾ, ਦੈਨ ਤੁਹਾਡੇ PC ਤੇ ਜਾਂ ਕੰਪਿਊਟਰ ਤੇ ਜਾਂ TV ਦੇ ਉੱਤੇ ਫੇਰ ਆ ਕੇ ਡਿਜੀਟਲ ਰੂਪ ਦੇ ਵਿੱਚ ਬਣਦਾ। ਉਹ ਇੰਟਰਪ੍ਰੇਟਰ ਕੰਮ ਕਰਦਾ ਹੈ। ਸਰਵਰ, ਨੋਡਸ ਤੇ ਕਮਿਊਨੀਕੇਸ਼ਨ। ਨੈਟਵਰਕ ਦੀਆਂ ਕਿਸਮਾਂ। ਹੁਣ ਨੈਟਵਰਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਇੱਕ ਨੈਟਵਰਕ ਦਾ ਭਾਵ ਹੈ ਕੰਪਿਊਟਰ ਦਾ ਇੱਕ ਛੋਟਾ ਜਿਹਾ ਸਮੂਹ ਜੋ ਵੱਖ-ਵੱਖ ਕਿਸਮਾਂ PC, ਮਿਨੀ PC, ਮੇਨ ਫਰੇਮ ਆਦਿ ਇਹ ਸਾਰੇ ਜੁੜੇ ਹੋਣ, ਜਾਂ ਸੈਂਕੜੇ ਕੰਪਿਊਟਰ ਆਪਸ ਜੁੜੇ ਹੋਣ ਪੂਰੀ ਦੁਨੀਆ ਦੇ ਵਿੱਚ। ਇਹ ਕਈ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ, ਜੋ ਕਿ ਅਸੀਂ ਭੂਗੋਲਿਕ ਸਥਿਤੀ ਦੇ ਵਿੱਚ ਦੇਖਦੇ ਹਾਂ, ਜਿਓਗ੍ਰਾਫੀਕਲ। ਜੇ ਭੂਗੋਲਿਕ ਸਥਿਤੀ ਦੇ ਵਿੱਚ ਤੁਹਾਡਾ ਨੈਟਵਰਕ ਲੋਕਲ ਹੈ, ਵਿਦਿਨ ਸਕੂਲ ਹੈ ਜਾਂ ਵਿਦਿਨ ਰੂਮ ਹੈ, ਉਸ ਨੂੰ ਅਸੀਂ ਲੋਕਲ ਏਰੀਆ ਨੈਟਵਰਕ ਵੀ ਕਹਿ ਸਕਦੇ ਹਾਂ। ਮੈਟਰੋਪੋਲੀਟਨ ਨੈਟਵਰਕ ਮਤਲਬ ਬਹੁਤ ਵੱਡੇ ਸ਼ਹਿਰ ਆਪਸ ਦੇ ਵਿੱਚ ਜੁੜੇ ਹੋਣ। 1-2 ਲੋਕਲ ਨੈਟਵਰਕ ਜਾਂ ਉਦੋਂ ਜ਼ਿਆਦਾ ਲੋਕਲ ਏਰੀਆ ਨੈਟਵਰਕ ਆਪਸ ਦੇ ਵਿੱਚ ਜੁੜੇ ਹੋਣ ਤਾਂ ਉਹ ਮੈਟਰੋਪੋਲੀਟਨ ਏਰੀਆ ਨੈਟਵਰਕ ਬਣ ਜਾਂਦਾ ਹੈ। ਵੈਨ, ਵਾਈਡ ਏਰੀਆ ਨੈਟਵਰਕ ਮਤਲਬ ਬਹੁਤ ਜ਼ਿਆਦਾ ਵੱਡਾ ਏਰੀਆ। ਹੁਣੇ ਤੁਹਾਨੂੰ ਦੱਸਿਆ ਕਿ ਭੂਗੋਲਿਕ ਸਥਿਤੀ ਦੇ ਵਿੱਚ ਦੇਖਦੇ ਹਾਂ, ਬਹੁਤ ਜ਼ਿਆਦਾ ਏਰੀਆ ਦੇ ਵਿੱਚ ਕੋਈ ਛੋਟੇ ਨੈਟਵਰਕ ਆਪਸ ਜੁੜੇ ਹਨ ਤਾਂ ਉਹ ਪੂਰਾ ਦਾ ਪੂਰਾ ਨੈਟਵਰਕ ਕਿਸੇ ਹੋਰ ਦੇ ਨਾਲ ਜੁੜਿਆ ਹੋਇਆ ਹੈ। That is wide area network. ਲੋਕਲ ਏਰੀਆ ਨੈਟਵਰਕ ਜੋ ਕਿ ਕੁਝ ਕਿਲੋਮੀਟਰ ਜਾਂ ਇੱਕ ਬਿਲਡਿੰਗ ਜਾਂ ਇੱਕ ਕੈਂਪਸ ਦੇ ਵਿੱਚ ਹੁੰਦੇ ਹਨ, ਜਿਵੇਂ ਕਿ ਤੁਹਾਨੂੰ ਦੱਸਿਆ ਮੈਂ, ਸਕੂਲ ਜਾਂ ਕੋਈ ਬਿਲਡਿੰਗ ਜਾਂ ਕੋਈ ਆਫਿਸ। ਮੈਟਰੋਪੋਲੀਟਨ ਏਰੀਆ ਜਿਹੜੇ ਇੱਕ ਸ਼ਹਿਰ ਦੇ ਵਿੱਚ ਫੈਲੇ ਹੋਏ ਹੁੰਦੇ ਹਨ ਤੇ ਉਹ ਆਪਸ ਦੇ ਵਿੱਚ ਅਲੱਗ-ਅਲੱਗ ਸ਼ਹਿਰ ਆਪਸ ਜੁੜੇ ਹੋਏ ਹੁੰਦੇ ਹਨ। ਵਾਈਡ ਏਰੀਆ ਨੈਟਵਰਕ ਇਹ ਉਹ ਕੰਪਿਊਟਰ ਦਾ ਸਮੂਹ ਹੁੰਦਾ ਹੈ ਜੋ ਵੱਡੇ ਫਾਸਲੇ ਨੂੰ ਅਲੱਗ ਕਰਦਾ ਹੈ। ਬਹੁਤ ਵੱਡਾ ਫਾਸਲਾ ਕਿੱਥੇ ਤੱਕ ਹੋਵੇਗਾ? 2 ਕੰਟਰੀਜ਼, ਠੀਕ ਹੈ। ਜੇ ਇਹਨਾਂ ਨੂੰ ਕੰਪੇਅਰ ਕੀਤਾ ਜਾਵੇ, ਲੋਕਲ ਏਰੀਆ ਨੈਟਵਰਕ, ਮੈਟਰੋਪੋਲੀਟਨ ਏਰੀਆ ਨੈਟਵਰਕ ਜਾਂ ਵਾਈਡ ਏਰੀਆ ਨੈਟਵਰਕ ਕੀ ਹਨ? ਖੇਤਰ, ਇਹ ਆਫਿਸ ਜਾਂ ਇੱਕ ਖੇਤਰ ਦੇ ਅੰਦਰ ਹੁੰਦਾ ਹੈ। ਇਹ ਸ਼ਹਿਰ ਤੇ ਸੰਸਾਰ 'ਚ ਫੈਲਿਆ ਹੋਇਆ ਹੈ। ਇਹ ਨਿੱਜੀ ਨੈਟਵਰਕ ਵੀ ਹੋ ਸਕਦਾ ਹੈ, ਪਬਲਿਕ ਵੀ ਹੋ ਸਕਦਾ ਹੈ।
ਆਪਣਾ ਨਿੱਜੀ ਜਾਂ ਕਿਰਾਏ ਤੇ ਨੈਟਵਰਕ ਵੀ ਹੋ ਸਕਦਾ ਹੈ। ਜੇ ਲੋਕਲ ਏਰੀਆ ਨੈਟਵਰਕ ਇੱਕ ਖਾਸ ਬਿਲਡਿੰਗ ਦੇ ਵਿੱਚ ਆ ਤਾਂ ਉਹ ਉਸ ਬਿਲਡਿੰਗ ਦਾ ਨਿੱਜੀ ਨੈਟਵਰਕ ਹੈ। ਮੈਟਰੋਪੋਲੀਟਨ ਏਰੀਆ ਪੂਰੇ ਸ਼ਹਿਰ 'ਚ ਫੈਲਿਆ ਹੋਇਆ, ਅਲੱਗ-ਅਲੱਗ ਛੋਟੇ-ਛੋਟੇ ਨਿੱਜੀ ਨੈਟਵਰਕ ਆਪਸ ਜੁੜੇ ਹੋਏ ਹਨ ਤਾਂ ਉਹ ਨਿੱਜੀ ਨਹੀਂ ਰਹਿੰਦਾ। ਕਿਰਾਏ ਜਾਂ ਸੇਵਾਵਾਂ ਦੇਣ ਵਾਲੇ ਦਾ ਆਪਣਾ ਨਿੱਜੀ ਨੈਟਵਰਕ ਹੁੰਦਾ ਹੈ। ਤੁਸੀਂ ਸੰਸਾਰ ਨਾਲ ਜੁੜਦੇ ਹੋ, ਤੁਹਾਨੂੰ ਇੱਕ ISP ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਵੇਂ ਕਿ ਤੁਹਾਡੇ ਫੋਨ ਦੇ ਵਿੱਚ ਜੀਓ, ਏਅਰਟੈਲ ਵਗੈਰਾ ਇਹ ਤੁਹਾਨੂੰ ਪ੍ਰਦਾਨ ਕਰਦੇ ਹਨ। ਕਨੈਕਸ਼ਨ ਕਿਸ ਤਰ੍ਹਾਂ ਨਾਲ ਹੁੰਦਾ ਹੈ? ਇਸ ਵਿੱਚ ਡਾਟਾ ਭੇਜਣ ਵਾਲੇ ਅਤੇ ਸਵੀਕਾਰਕਰਤਾ ਵਿਚਕਾਰ ਵਾਸਤਵਿਕ ਕਨੈਕਸ਼ਨ ਹੁੰਦਾ ਹੈ। ਮਤਲਬ ਫਿਜ਼ੀਕਲ ਆ, ਲੋਕਲ ਏਰੀਆ ਛੋਟੇ ਆ, ਇੱਕ ਬਿਲਡਿੰਗ ਜਾਂ ਦੂਜੀ ਬਿਲਡਿੰਗ ਜਾਂ ਇੱਕ ਆਫਿਸ ਇੱਕ ਰੂਮ 'ਚ ਦੂਜੀ ਰੂਮ ਦੇ ਵਿੱਚ ਇੱਕ ਦੂਜੇ ਨਾਲ ਉਹ ਫਿਜ਼ੀਕਲ ਕਨੈਕਸ਼ਨ ਵਿੱਚ ਰਹਿ ਸਕਦੇ ਹਨ। ਮੈਟਰੋਪੋਲੀਟਨ ਏਰੀਆ ਦੇ ਵਿੱਚ ਮਤਲਬ ਤੁਸੀਂ ਸ਼ਹਿਰ ਦੇ ਇੱਕ ਕਾਰਨਰ ਤੇ ਬੈਠੇ ਹੋ ਤਾਂ ਦੂਸਰੇ ਕਾਰਨਰ ਤੇ ਇਨਫੋਰਮੇਸ਼ਨ ਭੇਜ ਰਹੇ ਹੋ, ਫਿਜ਼ੀਕਲ ਕਨੈਕਸ਼ਨ ਘੱਟ ਹੁੰਦਾ ਹੈ। ਤੇ ਵਾਈਡ ਏਰੀਆ ਨੈਟਵਰਕ ਦੇ ਵਿੱਚ ਫਿਜ਼ੀਕਲ ਕਨੈਕਸ਼ਨ ਬਹੁਤ ਨਾ ਦੇ ਬਰਾਬਰ ਹੁੰਦਾ ਹੈ। ਕਾਸਟ ਲਾਗਤ ਘੱਟ ਹੈ। ਲੋਕਲ ਏਰੀਆ ਜਿੰਨਾ ਛੋਟਾ ਨੈਟਵਰਕ ਹੋਏਗਾ ਉਨੀ ਘੱਟ ਜਾਏਗੀ, ਜਿੰਨਾ ਨੈਟਵਰਕ ਵੱਡਾ ਹੁੰਦਾ ਜਾਏਗਾ ਉਸ ਦੀ ਲਾਗਤ ਉਨੀ ਵੱਡੀ ਹੁੰਦੀ ਜਾਏਗੀ। ਬੈਂਡਵਿਡਥ ਹੁੰਦੀ ਹੈ ਡਾਟਾ ਕਿੰਨੀ ਸਪੀਡ ਨਾਲ ਟ੍ਰਾਂਸਫਰ ਹੋ ਰਿਹਾ ਹੈ। 10 Mbps ਮੈਗਾਬਿਟਸ ਪਰ ਸੈਕਿੰਡ ਤੋਂ 10 ਗੀਗਾਬਿਟਸ ਪਰ ਸੈਕਿੰਡ ਦੇ ਵਿੱਚ ਹੁੰਦੀ ਹੈ। ਮੈਟਰੋਪੋਲੀਟਨ ਏਰੀਆ ਦੇ ਵਿੱਚ 10 ਮੈਗਾਬਿਟਸ ਪਰ ਸੈਕਿੰਡ ਤੋਂ ਤਕਰੀਬਨ 1 ਗੀਗਾਬਿਟਸ ਪਰ ਸੈਕਿੰਡ। ਵੈਨ ਦੇ ਵਿੱਚ 15.4 ਕਿਲੋਬਿਟਸ ਪਰ ਸੈਕਿੰਡ ਤੋਂ ਤਕਰੀਬਨ 2.4 ਗੀਗਾਬਿਟਸ ਪਰ ਸੈਕਿੰਡ। ਅੱਜ ਕੱਲ 5 ਗੀਗਾਹਰਟਜ਼ ਦੇ ਵੀ ਨੈਟਵਰਕ ਆ ਰਹੇ ਹਨ। ਡਿਵਾਈਸਿਸ ਦੇ ਵਿੱਚ ਜੇ ਲੋਕਲ ਏਰੀਆ ਨੈਟਵਰਕ ਦੇ ਵਿੱਚ ਅਲੱਗ-ਅਲੱਗ ਬਿਲਡਿੰਗ ਦੇ ਵਿੱਚ ਲੱਗਿਆ ਹੁੰਦਾ ਹੈ ਤਾਂ ਨੈਟਵਰਕ ਡਾਟਾ ਲਾਸ ਨਾ ਹੋਵੇ ਉਹਦੇ ਵਿੱਚ ਡਿਵਾਈਸ ਲਾਏ ਜਾਂਦੇ ਹਨ, ਰਿਪੀਟਰਸ, ਤਾਂ ਕਿ ਡਾਟਾ ਜਿੰਨਾ ਪੂਰਾ ਆ ਰਿਹਾ ਉਹਨਾਂ ਅੱਗੇ ਭੇਜਿਆ ਜਾ ਸਕੇ। ਵਾਈਡ ਏਰੀਆ ਨੈਟਵਰਕ ਜਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਦੇ ਵਿੱਚ ਮੋਡਮ ਜਾਂ ਬ੍ਰਿਜਸ ਲੱਗੇ ਹੁੰਦੇ ਹਨ, ਸਵਿਚਸ ਲੱਗੇ ਹੁੰਦੇ ਹਨ। ਡਾਟਾ ਸੰਚਾਰ ਦੀ ਸਪੀਡ ਕਿੰਨੀ ਹੁੰਦੀ ਹੈ? ਜਿੰਨਾ ਛੋਟਾ ਨੈਟਵਰਕ ਹੈ ਡਿਪੈਂਡ ਕਰੇਗਾ ਉਹ ਕਿਸ ਤਰੀਕੇ ਨਾਲ ਜੁੜਿਆ ਹੈ ਤਾਂ ਸੰਚਾਰ ਹੌਲੀ ਹੋਵੇਗਾ। ਜਿੰਨਾ ਨੈਟਵਰਕ ਵੱਡਾ ਹੁੰਦਾ ਜਾਏਗਾ ਉਸ ਦੀ ਸੰਚਾਰ ਦੀ ਸਪੀਡ ਵੀ ਉਸ ਦੇ ਬੈਂਡਵਿਡਥ ਦੇ ਹਿਸਾਬ ਨਾਲ ਵੱਧਦੀ ਜਾਏਗੀ। ਟੋਪੋਲੋਜੀਜ਼, ਨੈਟਵਰਕ ਟੋਪੋਲੋਜੀਜ਼ ਮਤਲਬ ਨੈਟਵਰਕ ਕਿਸ ਤਰੀਕੇ ਨਾਲ ਜੁੜਦਾ ਹੈ। ਅਸੀਂ ਦੋ ਕੰਪਿਊਟਰਸ ਜਾਂ ਉਸ ਤੋਂ ਵੱਧ ਕੰਪਿਊਟਰ ਨੂੰ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ, ਮਤਲਬ ਫਿਜ਼ੀਕਲੀ। ਪਹਿਲੀ ਬਸ ਟੋਪੋਲੋਜੀ, ਸਟਾਰ ਟੋਪੋਲੋਜੀ, ਰਿੰਗ ਟੋਪੋਲੋਜੀ ਜਾਂ ਟਰੀ ਟੋਪੋਲੋਜੀ। ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ, ਬਸ ਇੱਕ ਐਂਡ ਤੋਂ ਸਟਾਰਟ ਹੋ ਕੇ, ਮੰਨ ਲਓ ਇੱਕ ਵਾਇਰ ਹੈ, ਇੱਕ ਤੋਂ ਸਟਾਰਟ ਹੋ ਕੇ ਦੂਜੇ ਐਂਡ ਤੱਕ ਜਾ ਰਹੀ ਹੈ ਤਾਂ ਉਹਦੇ ਨਾਲ ਜਿੰਨੇ ਵੀ ਕੰਪਿਊਟਰ ਜੁੜੇ ਹੋਏ ਹਨ ਉਸ ਨੂੰ ਬਸ ਟੋਪੋਲੋਜੀ ਕਿਹਾ ਜਾਂਦਾ ਹੈ। ਲੀਨੀਅਰ ਟੋਪੋਲੋਜੀ ਵੀ ਕਹਿੰਦੇ ਹਨ ਇਸ ਨੂੰ, ਮਤਲਬ ਸਿੱਧੀ। ਇਹਦੇ ਐਡਵਾਂਟੇਜਸ ਕੀ ਨੇ? ਕੋਈ ਵੀ ਕੰਪਿਊਟਰ ਨੂੰ ਕਿਸੇ ਵੀ ਜਗ੍ਹਾ 'ਤੇ ਤੁਸੀਂ ਜੋੜ ਸਕਦੇ ਹੋ ਬਹੁਤ ਆਸਾਨੀ ਨਾਲ। ਤਾਰ ਜਿਹੜੀ ਹੈ ਕਮਿਊਨੀਕੇਸ਼ਨ ਤਾਰ ਜੋੜਨ ਵਾਲੀ, ਨੈਟਵਰਕ ਤਾਰ, ਉਹ ਵੀ ਘੱਟ ਲੱਗਦੀ ਹੈ ਕਿਉਂਕਿ ਸਿੱਧੀ ਹੈ। ਜੇ PC ਜੋੜਨਾ ਉੱਥੇ ਨਾਲ ਹੀ ਜੋੜ ਦਿਓ। ਡਿਸਐਡਵਾਂਟੇਜਸ, ਖਾਮੀਆਂ ਕੀ ਹਨ ਇਹਦੀਆਂ? ਜੇ ਮੇਨ ਕੇਬਲ ਦੇ ਵਿੱਚ ਖਰਾਬੀ ਹੋ ਜਾਵੇ ਤਾਂ ਅੱਗੇ ਵਾਲੇ PC ਮੰਨ ਲਓ ਇੱਥੇ ਟੁੱਟ ਗਿਆ ਤਾਂ ਇਸ ਜਗ੍ਹਾ ਤੇ ਅੱਗੇ ਵਾਲੇ PC ਨਹੀਂ ਚੱਲਣਗੇ, ਸੰਚਾਰ ਬੰਦ ਹੋ ਜਾਵੇਗਾ। ਸਟਾਰ ਟੋਪੋਲੋਜੀ, ਸਟਾਰ ਜਿਵੇਂ ਨੇਮ ਤੋਂ ਜ਼ਾਹਿਰ ਹੈ ਤਾਰਾ, 5 ਕਾਰਨਰਸ। ਇਸ ਦੇ ਵਿੱਚ ਤੁਸੀਂ ਮੇਨ ਸਰਵਰ ਨਾਲ ਜਾਂ ਰਾਊਟਰ ਨਾਲ, ਰਿਪੀਟਰ ਨਾਲ 5 ਕੰਪਿਊਟਰ ਅਲੱਗ-ਅਲੱਗ ਜਗ੍ਹਾ ਤੇ ਜੁੜੇ ਹਨ। ਇਸ ਨੂੰ ਸਟਾਰ ਟੋਪੋਲੋਜੀ ਕਹਿੰਦੇ ਹਨ। ਦੈਨ ਸਟਾਰਡ ਵਾਇਰ ਤੇ ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਦੇ ਵਿੱਚ ਤੁਸੀਂ ਦੇਖੋਗੇ ਕਿ ਰਿੰਗ ਗੋਲ ਮਲਟੀ ਸਟੇਸ਼ਨ ਆ, ਕੋਈ ਵੀ ਸ਼ੁਰੂ ਜਾਂ ਐਂਡ ਨਹੀਂ ਹੁੰਦਾ, ਸਾਰੇ PC ਇੱਕ ਹੀ ਘੇਰੇ ਦੇ ਵਿੱਚ ਜੁੜੇ ਹੋਏ ਹਨ ਤੇ ਕੰਪਿਊਟਰ ਇੱਕ ਦੂਜੇ ਨੂੰ ਇੱਕ ਸਪੈਸ਼ਲ ਪਛਾਣ ਪ੍ਰਦਾਨ ਕਰਦੇ ਹਨ।
ਦੈਨ ਟਰੀ ਟਪੋਲੋਜੀ। ਟਰੀ ਟਪੋਲੋਜੀ ਦੇ ਵਿੱਚ ਜਿਵੇਂ ਕਿ ਆਪਾਂ ਦਰਖਤ ਕਹਿੰਦੇ ਹਾਂ, ਇੱਕ ਮੇਨ ਤਣਾ ਹੁੰਦਾ ਹੈ, ਉਸ ਦੀ ਇੱਕ ਅੱਗੇ ਟਾਹਣੀ ਤੇ ਉਸਦੇ ਇੱਕ ਛੋਟੀਆਂ ਟਾਹਣੀਆਂ ਹੁੰਦੀਆਂ ਹਨ। ਸੇਮ ਉਵੇਂ ਹੀ ਇੱਕ ਮੇਨ ਸੰਚਾਰ ਮਾਧਿਅਮ ਹੈ, ਉਸ ਨਾਲ ਇੱਕ ਕੰਪਿਊਟਰ ਵੀ ਜੁੜਿਆ ਹੋ ਸਕਦਾ ਹੈ, ਉਸ ਨਾਲ ਕੋਈ ਸਟਾਰ ਟਪੋਲੋਜੀ ਜਾਂ ਹੋਰ ਛੋਟੀ ਟਪੋਲੋਜੀ ਜੁੜੀ ਹੋ ਸਕਦੀ ਹੈ, ਰਿੰਗ ਟਪੋਲੋਜੀ। ਉਵੇਂ ਹੀ ਇਹਦੀਆਂ ਬ੍ਰਾਂਚਿਸ ਅੱਗੇ ਵਧਦੀਆਂ ਹਨ ਛੋਟੀ ਛੋਟੀ। ਦੈਟ ਇਜ਼ ਟਰੀ ਟਪੋਲੋਜੀ। ਮੈਸ਼ ਟਪੋਲੋਜੀ। ਨਾਓ ਮੈਸ਼ ਜਾਲੀ ਨੂੰ ਕਹਿੰਦੇ ਹਨ, ਜਿਹੜੀਆਂ ਆਪਾਂ ਆਮ ਘਰਾਂ ਵਿੱਚ ਲੱਗੀਆਂ ਹੁੰਦੀਆਂ ਹਨ, ਜੋ ਕਿ ਇੱਕ ਦੂਜੇ ਦੇ ਉੱਤੇ ਓਵਰਲੈਪ ਕਰਦੀਆਂ ਹਨ। ਮੈਸ਼ ਦੇ ਵਿੱਚ ਕੀ ਆ, ਕੰਪਿਊਟਰ ਆਪਸ ਵਿੱਚ ਜੁੜੇ ਹੋਏ ਹਨ ਇੱਕ ਵਾਇਰ ਦੇ ਨਾਲ, ਪਰ ਸਾਰੇ ਇੱਕ ਦੂਜੇ ਨਾਲ ਕਨੈਕਟਡ ਵੀ ਹਨ। ਜਿਵੇਂ ਕਿ ਇਹਨਾਂ ਦੇ ਵਿੱਚ ਇੱਕ ਦੂਜੇ ਨਾਲ ਇਹਦੇ ਨਾਲ ਸਿੱਧਾ ਕਨੈਕਸ਼ਨ ਨਹੀਂ ਸੀ, ਇਹਦੇ ਥਰੂ ਸੀਗਾ। ਇਨ ਹੇਅਰ ਇਹ ਸਾਰੇ ਇੱਕ ਦੂਜੇ ਨਾਲ ਇੰਡੀਵਿਜੂਅਲੀ ਜੁੜੇ ਹੋਏ ਹਨ। ਦੈਟ ਇਜ਼ ਮੈਸ਼ ਟਪੋਲੋਜੀ। ਪਾਰਸ਼ੀਅਲ ਮੈਸ਼। ਪਾਰਸ਼ੀਅਲ ਮਤਲਬ ਅਧੀਬ ਚੱਦੀ। ਜਿਵੇਂ ਕਿ ਆ ਇੱਕ ਲੀਨੀਅਰ ਟਪੋਲੋਜੀ ਦੇ ਉੱਤੇ ਹੈ ਤੇ ਆਹ ਚਾਰੇ ਜੁੜੇ ਹੋਏ ਹਨ। That is partial mesh. Protocols. Now this is important. Protocol ਕੀ ਹੁੰਦੇ ਹਨ? ਨਿਯਮਾਂ ਦਾ ਮਾਪਦੰਡ ਜਾਂ ਸੰਪੂਰਨ ਸੈੱਟ ਨੂੰ ਹੋ ਸਕਦਾ ਹੈ ਜੋ ਵਿਭਿੰਨ ਯੰਤਰਾਂ ਨੂੰ ਵਾਰਤਾਲਾਪ ਕਰਨ ਦੀ ਆਗਿਆ ਦਿੰਦਾ ਹੈ। ਜੋ ਤੁਸੀਂ ਸੰਚਾਰ ਕਰਨਾ ਹੈ, ਇੱਕ ਦੂਜੇ ਨਾਲ ਕੰਪਿਊਟਰ ਨੇ ਕਮਿਊਨੀਕੇਟ ਕਰਨਾ ਹੈ, ਤਾਂ ਉਹ ਸਪੈਸ਼ਲ ਆਗਿਆ ਇਹੀ ਦਿੰਦਾ ਹੈ। ਜਿਵੇਂ ਕਿ ਮਨੁੱਖੀ ਸੰਚਾਰ, ਭਾਸ਼ਾ, ਵਿਆਕਰਣ ਨਿਯਮ ਹਨ ਨਾ, ਇਸੇ ਤਰ੍ਹਾਂ ਇਸ ਦੇ ਵੀ ਨਿਯਮ ਹੁੰਦੇ ਹਨ। ਸਰਵਿਸ ਪ੍ਰੋਵਾਈਡਰ ਪ੍ਰਦਾਨ ਕਰਦਾ ਹੈ। ਪਹਿਲਾ, ਸੰਚਾਰ ਮਾਧਿਅਮ ਦੀ ਭੌਤਿਕ ਤੌਰ ਤੇ ਸਥਾਪਨਾ ਕਿਵੇਂ ਹੋਈ? ਨੈਟਵਰਕ ਵਜੂਦ ਕਿਵੇਂ ਇੱਕ ਦੂਜੇ ਨਾਲ ਸੰਪਰਕ ਕਰ ਸਕਦੇ ਹਨ? ਇਹ ਸਾਰੇ ਪ੍ਰੋਟੋਕੋਲਸ, ਇਹਨਾਂ ਦੇ ਨਿਯਮ ਹੁੰਦੇ ਹਨ। ਡਾਟਾ ਬਿਟਸ ਦੇ ਵਿੱਚ ਟ੍ਰਾਂਸਫਰ ਹੋਣਾ ਹੈ, ਮੈਗਾ ਬਿਟਸ ਦੇ ਵਿੱਚ ਟ੍ਰਾਂਸਫਰ ਹੋਣਾ ਹੈ, ਇਸ ਤੋਂ ਪਤਾ ਲੱਗਦਾ ਹੈ। URL ਯੂਨੀਫਾਰਮ ਰਿਸੋਰਸ ਲੋਕੇਟਰ। ਜਦੋਂ ਤੁਸੀਂ ਪੂਰੇ ਸੰਸਾਰ ਨਾਲ ਜੁੜੇ ਹੋਏ ਹੁੰਦੇ ਹਨ ਜਾਂ ਆਪਾਂ ਇੰਟਰਨੈਟ ਦੀ ਗੱਲ ਕਰਦੇ ਹਾਂ, ਤਾਂ ਉਹ ਵਰਲਡ ਵਾਈਡ ਵੈਬ ਹੁੰਦੀ ਹੈ। ਇੱਕ ਵੈਬਸਾਈਟ ਦਾ ਐਡਰੈਸ ਜੋ ਹੁੰਦਾ ਹੈ ਸਪੈਸੀਫਿਕ, ਉਸ ਨੂੰ URL ਵੀ ਕਹਿ ਦਿੰਦੇ ਹਨ। ਇਹ HTTP ਪ੍ਰੋਟੋਕਾਲ ਦੇ ਨਾਲ ਚੱਲਦੇ ਹਨ, ਹਾਈਪਰ ਟੈਕਸਟ ਪ੍ਰੋਟੋਕਾਲ। ਅੱਜ ਕੱਲ ਤੁਸੀਂ ਜੇ ਸਿਕਿਉਰ ਕੋਈ ਵੀ ਵੈਬਸਾਈਟ ਖੋਲਦੇ ਹੋ ਤਾਂ HTTPS ਹੁੰਦਾ ਹੈ। ਦੈਟ ਮੀਨਸ ਸਿਕਿਉਰਡ। ਉਹਨਾਂ ਦੇ ਪ੍ਰੋਟੋਕਾਲ, ਉਹਨਾਂ ਦੇ ਜਿਹੜੇ ਕੋਡਿੰਗ ਦਿੱਤੀ ਹੈ, ਉਹ ਪਹਿਲਾਂ ਨਾਲੋਂ ਜ਼ਿਆਦਾ ਸਿਕਿਉਰਡ ਹੈ। ਦੈਨ ਫਾਈਲ ਟ੍ਰਾਂਸਫਰ ਪ੍ਰੋਟੋਕਾਲ एंड हाइपर टेक्स्ट ट्रांसफर प्रोटोकॉल। मतलब फाइल ट्रांसफर मतलब फाइल एक भेजनी प्रोटोकॉल की है, ते हाइपर टेक्स्ट ट्रांसफर प्रोटोकॉल की है। एक स्टैंडर्ड इंटरनेट प्रोटोकॉल इंटरनेट ते कंप्यूटर के दरम्यान फाइलों के विचार वटांदरे का साधन हुंदा है। FTP फाइल ट्रांसफर प्रोटोकॉल एक एप्लीकेशन प्रोटोकॉल है जिहड़ा इंटरनेट दे TCP/IP प्रोटोकॉल दी वरतदा है। TCP/IP प्रोटोकॉल्स ਜਦੋਂ ਤੁਸੀਂ ਸੰਚਾਰ ਭੇਜ ਰਹੇ ਹੋ ਇੰਟਰਨੈਟ ਦੇ ਉੱਤੇ, ਤਾਂ ਪਹਿਲਾਂ ਸੰਚਾਰ ਫਾਈਲ ਟ੍ਰਾਂਸਫਰ ਪ੍ਰੋਟੋਕॉल ਉਹ ਅੱਗੇ ਸੰਚਾਰ ਕਰੇਗਾ TCP/IP प्रोटोकॉल, मतलब ਜਿਹੜਾ ਟਰਮੀਨਲ ਆ ਉਹ ਕਿਸ ਤਰ੍ਹਾਂ ਸੰਚਾਰ ਅੱਗੇ ਭੇਜੇ। ਬੁਨਿਆਦੀ FTP ਸਹੂਲਤ ਆਮ ਤੌਰ ਤੇ ਢੁਕਵੇਂ ਪ੍ਰੋਗਰਾਮ ਰਾਹੀਂ ਪ੍ਰਾਪਤ ਹੁੰਦੀ ਹੈ। ਇੱਕ ਖਾਸ ਪ੍ਰੋਗਰਾਮ ਦੇ ਵਿੱਚ ਹੀ ਤੁਸੀਂ ਇਹਨਾਂ ਦੀ ਸੈਟਿੰਗ ਦੇਖ ਸਕਦੇ ਹੋ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕॉल मतलब ਤੁਸੀਂ ਜਿਹੜਾ ਵੈਬ ਪੇਜ ਜਾਂ ਇੰਟਰਨੈਟ ਜਿਸ ਨੂੰ ਕਹਿੰਦੇ ਹੋ, ਉਸ ਨੂੰ ਹਾਈਪਰ ਟੈਕਸਟ ਕਹਿੰਦੇ ਹਨ। ਵੈਬ ਕਮਿਊਨੀਕੇਸ਼ਨ ਦੇ ਵਿੱਚ ਕੰਮ ਆਉਂਦਾ ਹੈ ਥਰੂ URLs। ਇਸੇ ਕਰਕੇ ਉਸ ਨੂੰ ਜੋ ਲੈਂਗੁਏਜ ਦੇ ਵਿੱਚ ਡਿਜ਼ਾਈਨ ਹੁੰਦਾ ਹੈ HTML ਕਿਹਾ ਜਾਂਦਾ ਹੈ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਸ ਦੇ ਵਿੱਚ URL ਕਿੱਥੋਂ ਹੋ ਸਕਦਾ ਹੈ? ਸੋਰਸ HTTP ਜਾਂ FTP, ਸਰਵਰ ਕਿਸ ਜਗ੍ਹਾ ਤੇ ਹੈ ਤੇ ਫਾਈਲ ਦਾ ਨੇਮ ਕੀ ਹੈ। ਫਿਰ ਅਸੀਂ ਦੇਖਦੇ ਹਾਂ ਪ੍ਰਾਈਵੇਟ ਨੈਟਵਰਕਸ। ਕੁਝ ਨੈਟਵਰਕ ਨਿਸ਼ਚਿਤ ਤੌਰ ਤੇ ਬਣਾਏ ਜਾਂਦੇ ਹਨ ਅਤੇ ਮੁਕੰਮਲ ਤੌਰ ਤੇ ਵਿਗਿਆਨਿਕ ਸੰਗਠਨਾਂ ਵੱਲੋਂ ਵਰਤੇ ਜਾਂਦੇ ਹਨ। ਜਦੋਂ ਤੁਸੀਂ ਸਾਇੰਟਿਸਟ ਜਾਂ ਰਿਸਰਚ ਕੋਈ ਕਰ ਰਿਹਾ ਹੈ ਤਾਂ ਉਹ ਸਪੈਸ਼ਲ ਨੈਟਵਰਕ ਯੂਜ਼ ਕਰੇਗਾ।
ਇਸ ਲਈ ਜ਼ਿਆਦਾਤਰ ਵੱਡੀਆਂ ਕੰਪਨੀਜ਼ ਕਿਸੇ ਹੋਰ ਕੰਪਨੀ ਦੇ ਨੈਟਵਰਕ ਨੂੰ ਲੀਜ਼ ਤੇ ਲੈ ਲੈਂਦੀਆਂ ਹਨ ਅਤੇ ਉਸ ਨੂੰ ਪਰਸਨਲ ਤੌਰ ਤੇ ਯੂਜ਼ ਕਰਦੀਆਂ ਹਨ, ਡਾਟਾ ਉਹਨਾਂ ਨਾਲ ਨਹੀਂ ਸ਼ੇਅਰ ਕਰਦੀਆਂ। ਜਿਹੜਾ ਸਭ ਤੋਂ ਪਹਿਲਾ ਨੈਟਵਰਕ ਜਿਸ ਤੋਂ ਇੰਟਰਨੈਟ ARPANET ਸੀ, ਜੋ ਕਿ US ਮਿਲਟਰੀ ਦੁਆਰਾ ਆਪਣੇ ਸੰਚਾਰ ਲਈ ਵਰਤਿਆ ਜਾਂਦਾ ਸੀ। ਕੰਸੈਪਟ ਆਫ ਚੈਨਲ। ਚੈਨਲ ਕੀ ਹੁੰਦਾ ਹੈ? ਜਦੋਂ ਅਸੀਂ PC ਤੋਂ ਦੂਜੇ ਨੂੰ ਸੰਦੇਸ਼ ਭੇਜਦੇ ਹਾਂ, ਅਸੀਂ ਪਹਿਲਾਂ ਡਾਟਾ ਨੂੰ ਇਲੈਕਟ੍ਰੋਨਿਕ ਜਾਂ ਇਲੈਕਟ੍ਰੋਮੈਗਨੈਟਿਕ ਊਰਜਾ ਵਿੱਚ ਬਦਲਦੇ ਹਾਂ। ਡਾਟਾ ਤੁਹਾਡਾ ਮੈਂ ਪਹਿਲਾਂ ਵੀ ਦੱਸਿਆ 0 and 1 ਦੇ ਫਾਰਮ ਦੇ ਵਿੱਚ ਆ। ਕੰਪਿਊਟਰ ਦੀ ਲੈਂਗੁਏਜ ਜੋ ਹੈ 0 and 1 ਹੈ। ਇਸ ਤੇ ਜੋ ਡਾਟਾ ਸੈਂਡ ਕਰਨਾ ਹੈ ਥਰੂ ਵਾਇਰਸ ਜਾਂ ਚਿਪਸ ਜਾਣਾ ਹੈ। ਸੋ ਉਹ ਇਨਫੋਰਮੇਸ਼ਨ ਜਿਹੜੀ ਵਾਇਰਸ ਜਾਂ ਚਿਪਸ ਦੇ ਥਰੂ ਜਾਂਦੀ ਹੈ, ਉਸ ਦੇ ਵਿੱਚ ਅਸੀਂ ਇਲੈਕਟ੍ਰੋਨਸ ਭੇਜਦੇ ਹਾਂ। ਇਸੇ ਕਰਕੇ ਇਸ ਨੂੰ ਇਲੈਕਟ੍ਰੋਮੈਗਨੈਟਿਕ ਐਨਰਜੀ ਵੀ ਕਿਹਾ ਜਾਂਦਾ ਹੈ, ਥਰੂ ਵਾਇਰਸ ਜਾਂ ਚਿਪਸ। ਇਹ ਘੱਟੋ ਘੱਟ ਲਾਗਤ ਨਾਲ ਟਰਾਂਸਮਿਟਰ ਤੋਂ ਇਲੈਕਟ੍ਰੋਮੈਗਨੈਟਿਕ ਊਰਜਾ ਪ੍ਰਾਪਤ ਕਰਦੀ ਹੈ, ਵੱਧ ਤੋਂ ਵੱਧ ਰਿਸੀਵ ਕਰਦੀ ਹੈ, ਹੋਣੀ ਚਾਹੀਦੀ ਹੈ। ਇਸ ਵੱਲੋਂ ਰਸਤੇ ਵਿੱਚ ਜ਼ਿਆਦਾ ਸ਼ੋਰ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਰਿਸੀਵਰ ਸੰਦੇਸ਼ ਨੂੰ ਸਹੀ ਤਰ੍ਹਾਂ ਨਾਲ ਸਮਝ ਸਕੇ। ਟਰਾਂਸਮਿਟਰ ਜਿੱਥੇ ਭੇਜਣ ਵਾਲਾ ਸਥਿਤੀ ਹੈ, ਉੱਥੇ ਰਿਸੀਵਰ ਜਿੱਥੇ ਸਿੰਗਲ ਪ੍ਰਾਪਤ ਹੁੰਦਾ ਹੈ। ਦੋਹਾਂ ਦੇ ਦਰਮਿਆਨ ਦੂਰੀ ਦੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ। ਕਮਿਊਨੀਕੇਸ਼ਨ ਦੇ ਵਿੱਚ ਜੇ ਵਾਇਰ ਟੁੱਟੀ ਹੋਈ ਆ ਤਾਂ ਉਹ ਬੰਦਿਸ਼ ਆ। ਡਿਜੀਟਲ ਚੈਨਲ ਕਪੈਸਿਟੀ ਇੱਕ ਅਨੇਕਾਂ ਡਿਜੀਟਲ ਮੁੱਲਾਂ ਦੀ ਗਿਣਤੀ ਹੁੰਦੀ ਹੈ ਜੋ ਚੈਨਲ ਵੱਲੋਂ 1 ਸੈਕਿੰਡ ਵਿੱਚ ਭੇਜੀ ਜਾਂਦੀ ਹੈ। ਮਾਪ ਬਿਟਸ ਪ੍ਰਤੀ ਸੈਕਿੰਡ। ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ? ਬਿਟਸ ਪਰ ਸੈਕਿੰਡ। ਪਰ ਸੈਕਿੰਡ ਕਿੰਨੇ BPS ਟ੍ਰਾਂਸਫਰ ਕਿਵੇਂ ਹੁੰਦਾ ਹੈ? ਇਸ ਨੂੰ ਚੈਨਲ ਦੀ ਇੱਕ ਬਿਟ ਦਰ ਵੀ ਕਿਹਾ ਜਾਂਦਾ ਹੈ। ਨੈਟਵਰਕ ਲਈ ਬਿਟ ਰੇਟ ਪ੍ਰਤੀ ਸੈਕਿੰਡ ਕਿਲੋਬਿਟਸ ਵਿੱਚ ਜਾਂ ਪ੍ਰਤੀ ਸੈਕਿੰਡ ਜਾਂ ਮੈਗਾਬਿਟਸ ਜਾਂ ਗੀਗਾਬਿਟਸ ਦੇ ਵਿੱਚ ਵੀ ਅੱਜ ਕੱਲ੍ਹ ਯੂਜ਼ ਹੋ ਰਹੀਆਂ ਹਨ। ਬਾਡ ਡਾਟਾ ਸੰਚਾਰ ਗਤੀ ਨੂੰ ਮਾਪਣ ਦੀ ਇਕਾਈ। ਡਾਟਾ ਸੰਚਾਰ ਜੋ ਹੋ ਰਿਹਾ ਹੈ ਉਹ ਕਿਸ ਉਹਦੀ ਇਕਾਈ ਕੀ ਹੈ? ਇਸ ਵਿੱਚ ਅੱਗੇ ਲਿਜਾਣ ਵਾਲੇ ਯੰਤਰ ਨੂੰ ਸਮਰੱਥਾ ਨੂੰ ਬਿਆਨ ਕਰਦੀ ਹੈ, ਉਸ ਨੂੰ ਬਾਡ ਜਾਂ ਬਿਟਸ ਪ੍ਰਤੀ ਸੈਕਿੰਡ ਨੂੰ ਮੇਲ ਕਰਦਾ ਹੈ। ਬੈਂਡਵਿਡਥ, ਦਿਸ ਇਜ਼ ਇੰਪੋਰਟੈਂਟ। ਬੈਂਡਵਿਡਥ ਕੀ ਹੁੰਦੀ ਹੈ? ਬਿਜਲੀ ਸੰਚਾਰ ਵਿੱਚ ਬੈਂਡਵਿਡਥ ਰਫ਼ਤਾਰ ਦੇ ਰੇਂਜ ਦੀ ਚੌੜਾਈ ਹੁੰਦੀ ਹੈ। ਮਤਲਬ ਤੁਹਾਡੀ ਜਿਹੜੀ ਸਪੀਡ ਜਾਂ ਕਮਿਊਨੀਕੇਸ਼ਨ ਹੋ ਰਿਹਾ ਉਹ ਕਿਸ ਬੈਂਡਵਿਡਥ ਤੇ ਜਾ ਰਿਹਾ। ਇਸੇ ਤਰ੍ਹਾਂ ਹੀ ਬੈਂਡਵਿਡਥ ਜਦੋਂ ਆਪਾਂ ਇਲੈਕਟ੍ਰਿਸਿਟੀ ਟ੍ਰਾਂਸਫਰ ਹੁੰਦੀ ਹੈ, ਆਪਾਂ ਬੈਂਡਵਿਡਥ ਦੇ ਵਿੱਚ ਗੱਲ ਕਰਦੇ ਹਾਂ, ਜਿਹੜੀ ਕਿ ਇਲੈਕਟ੍ਰੋਨਿਕ ਸਿਗਨਲ ਵੱਲੋਂ ਇੱਕ ਦਿੱਤੇ ਗਏ ਸੰਚਾਰ ਮਾਧਿਅਮ ਦੇ ਵਰਤਣ ਲਈ ਹੁੰਦੀ ਹੈ। ਇਸ ਵਰਤੋਂ ਵਿੱਚ ਬੈਂਡਵਿਡਥ ਨੂੰ ਉੱਚ ਰਫ਼ਤਾਰ ਸਿਗਨਲ ਭਾਗ ਅਤੇ ਘੱਟ ਰਫ਼ਤਾਰ ਸਿਗਨਲ ਭਾਗ ਦੇ ਦਰਮਿਆਨ ਵਧਾਇਆ ਘਟਾਇਆ ਜਾਂਦਾ ਹੈ। ਜਿਵੇਂ ਕਿ ਇੱਕ ਸਿੰਗਲ ਸਿਗਨਲ ਦੀ ਰਫ਼ਤਾਰ ਹਰਟਜ਼ ਵਿੱਚ ਮਾਪੀ ਜਾਂਦੀ ਹੈ। ਬੈਂਡਵਿਡਥ ਆਪਾਂ ਕਿਸ ਦੇ ਵਿੱਚ ਨਾਪਦੇ ਹੁੰਦੇ ਹਾਂ? ਤੁਸੀਂ ਫਿਜ਼ਿਕਸ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਪੜ੍ਹਿਆ ਹੋਵੇਗਾ ਕਿ ਬੈਂਡਵਿਡਥ ਹਰਟਜ਼ ਦੇ ਵਿੱਚ ਨਾਪੀ ਜਾਂਦੀ ਹੈ। ਫ੍ਰੀਕੁਐਂਸੀ ਦਿੱਤਾ ਗਿਆ ਬੈਂਡਵਿਡਥ ਵਿੱਚ ਰਫ਼ਤਾਰ ਦੇ ਦਰਮਿਆਨ ਹਰਟਜ਼ ਵਿੱਚ ਅੰਤਰ ਹੁੰਦਾ ਹੈ ਜੋ ਸਿਗਨਲ ਵੱਲੋਂ ਵਰਤਿਆ ਜਾਂਦਾ ਹੈ। 6 ਹਰਟਜ਼ ਬੈਂਡਵਿਡਥ, 6 ਮੈਗਾਹਰਟਜ਼, ਕਿਲੋਹਰਟਜ਼, ਇਸ ਤਰ੍ਹਾਂ। ਬੈਂਡਵਿਡਥ ਡੋਮੇਨ ਲੋਕਲ ਏਰੀਆ ਨੈਟਵਰਕ ਇੱਕ ਯੰਤਰ ਦਾ ਇੱਕ ਸੈੱਟ ਅਰਥਾਤ ਸਮੂਹ ਹੁੰਦਾ ਹੈ ਜੋ ਬੈਂਡਵਿਡਥ ਨੂੰ ਡਿਸਾਈਡ ਕਰਦਾ ਹੈ, ਸ਼ੇਅਰ ਕਰਦਾ ਹੈ। ਡਾਟਾ ਟ੍ਰਾਂਸਫਰ ਰੇਟ ਤੁਹਾਡਾ ਸੈਂਡ ਕੀਤਾ ਹੋਇਆ ਪਿਕਚਰ, ਵੀਡੀਓ ਜਾਂ ਆਵਾਜ਼, ਉਹਦੀ ਟ੍ਰਾਂਸਫਰ ਰੇਟ ਕੀ ਹੈ, ਉਹ ਕਿਸ ਸਪੀਡ ਨਾਲ ਅੱਗੇ ਵਧ ਰਿਹਾ ਹੈ, ਦੂਜੇ ਨੂੰ ਰਿਸੀਵ ਹੋ ਰਿਹਾ ਹੈ। ਕੰਪਿਊਟਰ ਨੈਟਵਰਕ ਵਿੱਚ ਬੈਂਡਵਿਡਥ ਅਕਸਰ ਡਾਟਾ ਬਦਲੀ ਦਰ ਲਈ ਵਰਤੀ ਜਾਂਦੀ ਹੈ। ਮਤਲਬ ਤੁਸੀਂ ਸੈਂਡ ਐਂਡ ਰਿਸੀਵ ਕਿੰਨੀ ਸਪੀਡ ਨਾਲ ਕਰ ਰਹੇ ਹੋ। ਡਾਟਾ ਦੀ ਮਾਤਰਾ ਜਿਹੜੀ ਇੱਕ ਮਿੱਥੇ ਸਮੇਂ ਵਿੱਚ ਇੱਕ ਪੁਆਇੰਟ ਤੋਂ ਦੂਜੇ ਨੂੰ ਜਾਂਦੀ ਹੈ। ਇੱਕ ਪੁਆਇੰਟ ਤੋਂ ਦੂਜੇ ਨੂੰ ਕਿੰਨਾ ਰਿਸੀਵ ਐਂਡ ਸੈਂਡ ਹੋ ਰਿਹਾ? ਆਮ ਤੌਰ ਤੇ ਆਪਾਂ ਬਿਟਸ ਪਰ ਸੈਕਿੰਡ ਇਸੇ ਕਰਕੇ ਕਹਿੰਦੇ ਆ। ਬਾਈਟਸ ਪਰ ਸੈਕਿੰਡ ਸਭ ਤੋਂ ਛੋਟੀ ਇਕਾਈ ਬਿਟਸ ਹੈ, ਉਧਰ ਬਾਈਟਸ
kilobytes, megabytes and gigabytes, then terabytes. Alternate forms ਜਾਂ ਇਸ ਦੇ ਰੂਪ ਕੀ ਹਨ? DBPS billion bits per second, million bits per second, ਹਜ਼ਾਰਾਂ ਦੀ ਰਫ਼ਤਾਰ ਦੇ ਵਿੱਚ ਜੋ ਸਪੀਡ ਟ੍ਰਾਂਸਫਰ ਹੁੰਦੀ ਹੈ, ਟ੍ਰਿਲੀਅਨ ਬਿਟਸ, ਕਰੋੜਾਂ ਦੀ ਰਫ਼ਤਾਰ ਸਪੀਡ ਦੇ ਵਿੱਚ। ਪਰ ਜ਼ਿਆਦਾਤਰ ਆਪਾਂ ਗੀਗਾਬਿਟਸ ਜਾਂ ਟੈਰਾਬਾਈਟਸ ਕਹਿ ਦਿੰਦੇ ਹਾਂ ਟ੍ਰਾਂਸਫਰ ਰੇਟ। ਇਸ ਨੂੰ ਇਸ ਰੂਪ ਦੇ ਵਿੱਚ ਵੀ ਕਿਹਾ ਜਾਂਦਾ ਹੈ। ਬਿਟ ਐਂਡ ਬਾਈਟ ਕੀ ਹੈ? ਹੁਣ ਤੁਹਾਨੂੰ ਦੱਸਿਆ ਸੀ ਕਿ ਇੱਕ ਬਿਟ 8 ਬਾਈਟ ਦੇ ਬਰਾਬਰ ਹੁੰਦੀ ਹੈ। ਸਭ ਤੋਂ ਛੋਟੀ ਇਕਾਈ ਕੰਪਿਊਟਰ ਦੀ ਇੱਕ ਬਿਟ ਹੈ। ਜਦੋਂ ਬਾਈਟਸ ਦੀ ਗੱਲ ਕਰਦੇ ਹਾਂ ਤਾਂ 8 ਬਾਈਟਸ ਬਿਟਸ ਬਣ ਜਾਂਦੀ ਹੈ ਇੱਕ ਬਾਈਟ। ਦੈਨ KBPS ਕਿਲੋ ਬਿਟਸ ਪਰ ਸੈਕਿੰਡ। ਜਦੋਂ ਇਸ ਨੂੰ ਤੁਸੀਂ ਕਨਵਰਟ ਕਰੋਗੇ 1 ਕਿਲੋ ਬਿਟਸ ਪਰ ਸੈਕਿੰਡ ਮਤਲਬ 0.220703125 ਇਜ਼ ਇਕੁਅਲ ਟੂ ਕਿਲੋ ਬਿਟਸ ਪਰ ਸੈਕਿੰਡ। ਇਹ ਬਾਈਟਸ ਦੇ ਬਰਾਬਰ ਹੈ। ਇਸੇ ਕਰਕੇ ਜਦੋਂ ਸਪੀਡ ਮਲਟੀਪਲਾਈ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਕਿਲੋ ਬਿਟਸ 1024 ਕਿਲੋ ਬਿਟਸ, ਕਿਲੋ ਬਾਈਟਸ 8 ਬਿਟਸ ਨਾਲ ਨਾਪਦੇ ਹਾਂ। ਟ੍ਰਾਂਸਮਿਸ਼ਨ ਮੀਡੀਆ ਮਤਲਬ ਡਾਟਾ ਟ੍ਰਾਂਸਫਰ ਕਰਨ ਲਈ ਕਿਸ ਮਾਧਿਅਮ ਨੂੰ ਯੂਜ਼ ਕੀਤਾ ਜਾਂਦਾ ਹੈ। ਟ੍ਰਾਂਸਮਿਸ਼ਨ ਮੀਡੀਆ ਦੇ ਵਿੱਚ ਵਾਇਰਸ ਆ ਜਾਂਦੀਆਂ ਹਨ, ਕਾਪਰ ਵਾਇਰ ਜਾਂ ਟ੍ਰਾਂਸਮਿਟਰ ਨੋਡਸ। ਦੈਨ ਸਭ ਤੋਂ ਪਹਿਲਾਂ ਗਾਈਡਡ ਮੀਡੀਆ ਦੇ ਵਿੱਚ ਕੋਐਕਸੀਅਲ ਕੇਬਲ। ਗਾਈਡਡ ਮਤਲਬ ਆਪਾਂ ਗਾਈਡ ਕਰਦੇ ਹਾਂ, ਡਾਟਾ ਥਰੂ ਵਾਇਰ ਜਾਂਦਾ ਹੈ। ਹੁਣ ਵਾਇਰ ਦੇ ਜਾਣ ਲਈ ਇਸ ਦੇ ਵਿੱਚ ਇਨਸੂਲੇਸ਼ਨ ਵਾਇਰ ਦੀ ਜੈਕਟ ਹੁੰਦੀ ਹੈ ਪਲਾਸਟਿਕ ਦੀ, ਦੈਨ ਸ਼ੀਲਡ ਹੁੰਦੀ ਹੈ ਤਾਂ ਕਿ ਡਾਟਾ ਲੂਜ਼ ਨਾ ਹੋਵੇ, ਇਨਸੂਲੇਟਰ ਹੁੰਦਾ ਹੈ, ਦੈਨ ਡਾਟਾ ਇੱਥੋਂ ਟ੍ਰਾਂਸਫਰ ਹੁੰਦਾ ਹੈ। ਟਵਿਸਟਡ ਪੇਅਰ ਵਾਲੀ ਕੇਬਲ ਵਿੱਚ ਦੋਵੇਂ ਤਰ੍ਹਾਂ ਵਿੱਚ ਇੱਕ ਦੂਜੇ ਤੇ ਲਪੇਟੀਆਂ ਹੁੰਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਹੁੰਦੀ ਹੈ ਜੋ ਕਿ ਪੋਜ਼ਿਟਿਵ ਡਾਟਾ ਸਿਗਨਲ ਅਤੇ ਨੈਗੇਟਿਵ ਡਾਟਾ ਸਿਗਨਲ ਨੂੰ ਜੋੜਦੀ ਹੈ। ਅਨਗਾਈਡਡ ਮੀਡੀਆ। ਹੁਣ ਅਨਗਾਈਡਡ ਮੀਡੀਆ ਦੇ ਵਿੱਚ ਆਪਾਂ ਕਹਿੰਦੇ ਹਾਂ ਵਾਇਰਲੈਸ ਟੈਕਨੋਲੋਜੀ। ਗਾਈਡਡ ਮੀਡੀਆ ਦੇ ਵਿੱਚ ਵਾਇਰ ਦੇ ਨਾਲ ਜੁੜਦੀਆਂ ਕਈ ਤਰ੍ਹਾਂ ਦੀਆਂ ਵਾਇਰਸ ਹੁੰਦੀਆਂ ਹਨ, ਕਾਪਰ ਵਾਇਰਸ, ਆਪਟੀਕਲ ਫਾਈਬਰ ਵਾਇਰਸ, ਫਾਈਬਰ ਆਪਟਿਕ ਜਿਹਨੂੰ ਕਹਿ ਦਿੰਦੇ ਹਨ, ਇਸ ਤਰ੍ਹਾਂ ਦੀਆਂ। ਅਨਗਾਈਡਡ ਮੀਡੀਆ ਦੇ ਵਿੱਚ ਜਿਹੜਾ ਤੁਸੀਂ ਵਾਈਫਾਈ ਨਾਲ ਡਾਟਾ ਸੈਂਡ ਕਰਦੇ ਹੋ ਜਾਂ ਥਰੂ ਨੈਟਵਰਕ ਯੂਜ਼ ਕਰ ਰਹੇ ਹੋ ਕਿਸੇ ਦਾ ISP ਵਗੈਰਾ, ਉਹ ਜੋ ਕਿ ਵਿਚਾਲੇ ਗਰਾਊਂਡ ਸਟੇਸ਼ਨਾਂ ਤੋਂ ਰਿਪੀਟ ਹੋ ਕੇ ਅੱਗੇ ਵੱਧਦੀ ਹੈ। RF ਪ੍ਰੋਪਗੇਸ਼ਨ ਮਤਲਬ ਰੇਡੀਓ ਫ੍ਰੀਕੁਐਂਸੀ। ਹੁਣ ਜਦੋਂ ਤੁਹਾਨੂੰ ਵਾਇਰਲੈਸ ਦੀ ਗੱਲ ਕਰੀਏ ਤਾਂ ਡਾਟਾ ਟ੍ਰਾਂਸਫਰ ਵਾਇਰਲੈਸ ਕਿੱਥੋਂ ਹੁੰਦਾ? ਰੇਡੀਓ ਵੇਵਸ। ਇਸੇ ਕਰਕੇ ਉਹਨੂੰ ਹਰਟਸ ਦੇ ਵਿੱਚ ਟ੍ਰਾਂਸਫਰ ਕਰਦੇ ਹਾਂ ਆਪਾਂ ਫ੍ਰੀਕੁਐਂਸੀ ਨੂੰ। ਤਾਂ ਹੁਣ ਜਦੋਂ ਡਾਟਾ ਟ੍ਰਾਂਸਫਰ ਹੋਣਾ ਹੈ ਤਾਂ ਇੱਕ ਜ਼ਮੀਨੀ ਤਰੰਗ ਹੁੰਦੀ ਹੈ ਗਰਾਊਂਡ ਵੇਵਸ, ਦੈਨ ਆਇਓਨੋਸਫੀਅਰ ਤੋਂ ਜਿਹੜੀ ਟਾਵਰਸ ਤੋਂ ਟੱਚ ਹੋ ਕੇ ਆਇਓਨੋਸਫੀਅਰ ਤੋਂ ਟੱਚ ਹੋ ਕੇ ਵਾਪਸ ਆਉਂਦੀ ਹੈ। ਦੈਨ ਲਾਈਨ ਆਫ ਸਾਈਟ, ਸਿੱਧੀ ਰੇਖਾ ਦੇ ਵਿੱਚ ਯੂਜੂਅਲੀ ਆਪਾਂ ਥਰੂ ਲਾਈਟ ਟ੍ਰਾਂਸਫਰ ਕਰਦੇ ਹਾਂ ਡਾਟਾ। ਥਰੂ ਆਵਾਜ਼ ਵੀ ਆਪਾਂ ਸਿੱਧੀ ਰੇਖਾ ਦੇ ਵਿੱਚ ਸੈਂਡ ਕਰਦੇ ਹਾਂ ਪਰ ਆਵਾਜ਼ ਫੈਲ ਜਾਂਦੀ ਹੈ। ਬਟ ਵੈਨ ਯੂ ਐਮਿਟ ਲਾਈਟ ਸੋਰਸ ਕੀ ਹੁੰਦਾ ਹੈ? ਉਹ ਸਿੱਧਾ ਜਾਂਦਾ ਹੈ। ਜ਼ਮੀਨੀ ਤਰੰਗ ਦਾ ਪ੍ਰਸਾਰ ਕਿੰਨਾ ਹੁੰਦਾ? ਲੈਸ ਦੈਨ 2 ਮੈਗਾਹਰਟਜ਼। ਆਇਓਨੋਸਫੀਅਰ ਦੇ ਵਿੱਚ 2 ਤੋਂ 30 ਮੈਗਾਹਰਟਜ਼ ਤੱਕ ਪਹੁੰਚ ਜਾਂਦਾ ਹੈ। ਦੈਨ ਲਾਈਨ ਆਫ ਸਾਈਟ ਦੇ ਵਿੱਚ ਬਹੁਤ ਜ਼ਿਆਦਾ। ਨੈਟਵਰਕਿੰਗ ਡਿਵਾਈਸਿਸ, ਹਬਸ ਐਂਡ ਮੋਡਮਸ ਮਤਲਬ ਨੈਟਵਰਕਿੰਗ ਡਿਵਾਈਸ ਵਿਚਾਲੇ ਕਿਹੜੇ ਹੁੰਦੇ ਹਨ ਕੰਪਿਊਟਰ ਦੇ ਵਿੱਚ? ਕੰਪਿਊਟਰ ਨੇ ਜਦੋਂ ਡਾਟਾ ਸ਼ੇਅਰ ਕਰਨਾ ਹੈ ਤਾਂ ਉਸਦੇ ਵਿਚਾਲੇ ਮੋਡਮ ਲੱਗਦੀ ਹੈ, ਹਬ ਲੱਗਦੀ ਹੈ ਐਂਡ ਪੈਸਿਵ ਹਬ। ਮੋਡਮ ਤਾਂ ਤੁਹਾਡੇ ਡਾਟਾ ਨੂੰ ਐਨਾਲੌਗ ਦੇ ਵਿੱਚ ਕਨਵਰਟ ਕਰਦਾ ਹੈ, ਫਰੋਮ ਡਿਜੀਟਲ ਟੂ ਐਨਾਲੌਗ, ਤਾਂ ਕਿ ਉਹ ਡਾਟਾ ਸੈਂਡ ਕੀਤਾ ਜਾ ਸਕੇ। ਹਬ ਕੀ ਕਰਦੀ ਹੈ? ਇੱਕ ਡਿਵਾਈਸ ਹੈ ਜੋ ਤੁਹਾਨੂੰ ਬਹੁਤ ਪੱਖੀ ਕੰਪਿਊਟਰਾਂ ਨੂੰ ਇਕਾਏ ਨੈਟਵਰਕ ਡਿਵਾਈਸ ਨਾਲ ਜੋੜਦੀ ਹੈ। ਮਤਲਬ ਤੁਹਾਡਾ ਇੱਕ ਹਬ ਹੈ, ਪਿੱਛੋਂ ਕਨੈਕਸ਼ਨ ਆ ਰਿਹਾ ਹੈ, ਦੈਨ ਤੁਸੀਂ ਉਹ ਅਲੱਗ-ਅਲੱਗ ਕੰਪਿਊਟਰ ਥਰੂ ਇਹਦੇ ਨਾਲ ਡਾਟਾ ਟ੍ਰਾਂਸਫਰ ਕਰਦੇ ਹਨ।
ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਖਤਮ ਹੁੰਦਾ ਹੈ। ਜੇ ਕੋਈ ਹੋਰ ਸਵਾਲ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ। ਧੰਨਵਾਦ।